ਮੇਰੀ ਭਾਬੀ ਭਾਈ ਦੇ ਕਮਰੇ ਵਿੱਚ ਅਕਸਰ ਨਹੀਂ ਸੌਂਦੀ ਸੀ। ਜੇ ਕਿਸੇ ਰਾਤ ਭਾਬੀ ਭਾਈ ਦੇ ਕਮਰੇ ਵਿੱਚ ਸੌਂ ਜਾਂਦੀ ਤਾਂ ਉਹ ਸਵੇਰੇ ਰੋਂਦੀ ਰੋਂਦੀ ਬਾਹਰ ਨਿਕਲਦੀ। ਇੱਕ ਦਿਨ ਭਾਬੀ ਸੁੱਤੀ ਪਈ ਸੀ। ਮੈਂ ਭਾਬੀ ਦੀ ਚੁੰਨੀ ਲੈ ਕੇ ਭਾਈ ਦੇ ਕਮਰੇ ਵਿੱਚ ਚਲੀ ਗਈ। ਫਿਰ ਭਾਬੀ ਸਮਝ ਗਏ ਭਾਈ ਨੇ ਮੇਰੇ ਨਾਲ ਜੋ ਕੁਝ ਕੀਤਾ ਉਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਮੇਰੀ ਅੱਖ ਖੁੱਲ੍ਹੀ ਤਾਂ ਮੈਂ ਭਾਬੀ ਨੂੰ ਆਪਣੇ ਕੋਲ ਬੈਠੀ ਨੂੰ ਰੋਂਦੇ ਹੋਏ ਦੇਖਿਆ। ਮੈਂ ਆਪਣੇ ਮਾਂ-ਬਾਪ ਨੂੰ ਤਾਂ ਕਦੇ ਦੇਖਿਆ ਨਹੀਂ ਸੀ ਕਿਉਂਕਿ ਮੈਂ 3 ਸਾਲ ਦੀ ਸੀ ਜਦੋਂ ਮੇਰੇ ਮਾਂ-ਬਾਪ ਦੀ ਇੱਕ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਇਸ ਲਈ ਭਾਬੀ ਨੂੰ ਰੋਂਦੇ ਹੋਏ ਦੇਖ ਕੇ ਹਮੇਸ਼ਾ ਮੇਰਾ ਦਿਲ ਤੜਫ ਜਾਇਆ ਕਰਦਾ ਸੀ। ਹਮੇਸ਼ਾ ਹੀ ਭਾਬੀ ਭਾਈ ਦੇ ਕਮਰੇ ਵਿੱਚੋਂ ਨਿਕਲ ਕੇ ਰੋਂਦੀ ਹੁੰਦੀ ਸੀ। ਜੇ ਮੈਂ ਕੁਝ ਪੁੱਛਦੀ ਤਾਂ ਉਹ ਕੁਝ ਨਾ ਬੋਲਦੀ ਤੇ ਅੱਗੋਂ ਮੈਨੂੰ ਝਿੜਕ ਦਿੰਦੀ। ਭਾਬੀ ਜਦ ਵੀ ਉਹਨਾਂ ਦੇ ਕਮਰੇ 'ਚੋਂ ਨਿਕਲਦੀ ਤਾਂ ਭਾਬੀ ਦਾ ਹੁਲੀਆ ਅਜੀਬ ਜਿਹਾ ਹੁੰਦਾ। ਭਾਬੀ ਦੇ ਬਿਖਰੇ ਹੋਏ ਵਾਲ, ਪੁਰਾਣੇ ਕੱਪੜੇ ਅਜੀਬ ਜਿਹੀ ਮਜਬੂਰੀ ਸੁਣਾ ਰਹੇ ਹੁੰਦੇ। ਮੈਨੂੰ ਇਹ ਸਭ ਗੱਲਾਂ ਬਹੁਤ ਪਰੇਸ਼ਾਨ ਕਰਦੀਆਂ। ਮੇਰੇ ਦਿਮਾਗ ਵਿੱਚ ਇਹ ਸਵਾਲ ਘੁੰਮਦੇ ਰਹਿੰਦੇ ਕਿ ਆਖਿਰ ਭਾਈ ਭਾਬੀ ਨਾਲ ਅਜਿਹਾ ਕੀ ਕਰਦਾ ਹੈ। ਇਹ ਸਵਾਲ ਮੈਨੂੰ ਬੇਚੈਨ ਕਰਦਾ ਰਹਿੰਦਾ। ਮੈਂ ਹੁਣ 15 ਸਾਲ ਦੀ ਹੋ ਚੁੱਕੀ ਹਾਂ ਅਤੇ ਹੁਣ ਮੈਂ ਬਹੁਤ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਸਮਝਣ ਵੀ ਲੱਗੀ ਹਾਂ। ਭਾਬੀ ਦਾ ਰੋਂਦਾ ਹੋਇਆ ਚਿਹਰਾ ਦੇਖ ਕੇ ਮੈਨੂੰ ਕਿਸੇ ਮਜਬੂਰੀ ਦੀ ਚੇਤਾਵਨੀ ਲੱਗਦਾ ਸੀ। ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਭਾਬੀ ਜਦ ਵੀ ਕਮਰੇ 'ਚੋਂ ਨਿਕਲਦੀ ਤਾਂ ਉਹ ਰੋ ਰਹੀ ਹੁੰਦੀ ਅਤੇ ਜਦ ਭਾਈ ਕਮਰੇ 'ਚੋਂ ਨਿਕਲਦੇ ਤਾਂ ਉਹਨਾਂ ਦੇ ਚਿਹਰੇ 'ਤੇ ਇੱਕ ਮੁਸਕਰਾਹਟ ਹੁੰਦੀ। ਉਹ ਕੁਝ ਨਾ ਕੁਝ ਗੁਣਗੁਣਾਉਂਦੇ ਰਹਿੰਦੇ ਸਨ ਜਿਵੇਂ ਉਹ ਬਹੁਤ ਖੁਸ਼ ਹੋਣ। ਭਾਬੀ ਦਾ ਹਾਲ ਅਜਿਹਾ ਹੁੰਦਾ ਸੀ ਕਿ ਉਹ ਭਾਈ ਦੇ ਕਮਰੇ ਵਿੱਚੋਂ ਨਿਕਲਣ ਤੋਂ ਬਾਅਦ ਉਹਨਾਂ ਦੇ ਸਾਹਮਣੇ ਜਾਣ ਤੋਂ ਵੀ ਡਰਦੀ। ਉਹ ਉਹਨਾਂ ਦਾ ਨਾਸ਼ਤਾ ਵੀ ਮੇਰੇ ਹੱਥੋਂ ਉਹਨਾਂ ਦੇ ਕਮਰੇ ਵਿੱਚ ਭੇਜਦੀ। ਆਪ ਸਾਰਾ ਦਿਨ ਹੰਝੂ ਵਹਾਉਂਦੀ ਰਹਿੰਦੀ। ਉਹਨਾਂ ਦੀ ਇਹ ਹਾਲਤ ਦੇਖ ਕੇ ਮੈਨੂੰ ਬਹੁਤ ਤਰਸ ਆਉਂਦਾ। ਨਾਸ਼ਤਾ ਦੇਣ ਤੋਂ ਬਾਅਦ ਮੈਂ ਸਕੂਲ ਚਲੇ ਜਾਂਦੀ ਸੀ। ਮੈਂ 11ਵੀਂ ਕਲਾਸ ਵਿੱਚ ਪੜ੍ਹਦੀ ਸੀ। ਸਕੂਲ ਵਿੱਚ ਵੀ ਸਾਰਾ ਦਿਨ ਮੇਰੇ ਦਿਮਾਗ ਵਿੱਚ ਭਾਬੀ ਦਾ ਹੀ ਖਿਆਲ ਰਹਿੰਦਾ। ਜਦ ਵੀ ਮੈਂ ਭਾਬੀ ਨੂੰ ਕੁਝ ਵੀ ਪੁੱਛਣ ਦੀ ਕੋਸ਼ਿਸ਼ ਕਰਦੀ ਤਾਂ ਉਹਨਾਂ ਦੇ ਚਿਹਰੇ 'ਤੇ ਇੱਕ ਡਰ ਨਜ਼ਰ ਆਉਂਦਾ। ਭਾਬੀ ਹਰ ਰੋਜ਼ ਭਾਈ ਦੇ ਕਮਰੇ ਵਿੱਚ ਨਹੀਂ ਸੌਂਦੀ ਸੀ। ਉਹ ਮੇਰੇ ਨਾਲ ਹੀ ਸੌਂਦੀ ਸੀ। ਕਦੇ-ਕਦੇ ਭਾਈ ਜ਼ਬਰਦਸਤੀ ਉਸ ਨੂੰ ਆਪਣੇ ਕਮਰੇ ਵਿੱਚ ਲੈ ਜਾਂਦੇ। ਭਾਬੀ ਮਨਾ ਕਰਨ ਦੀ ਕੋਸ਼ਿਸ਼ ਕਰਦੀ ਪਰ ਭਾਈ ਉਸ ਦੀ ਇੱਕ ਨਾ ਸੁਣਦਾ। ਮੇਰੇ ਭਾਈ ਦੀ ਆਵਾਜ਼ ਬਹੁਤ ਹੀ ਮਿਠਾਸ ਭਰੀ ਹੁੰਦੀ ਕਿ ਸੁਣਨ ਵਾਲਾ ਹੈਰਾਨ ਰਹਿ ਜਾਵੇ। ਪਰ ਮੈਂ ਇਹ ਜਾਣਦੀ ਸੀ ਕਿ ਭਾਬੀ ਨੂੰ ਆਪਣੇ ਕਮਰੇ ਵਿੱਚ ਲਿਜਾ ਕੇ ਯਕੀਨਨ ਉਹਨਾਂ ਨਾਲ ਕੁਝ ਬੁਰਾ ਸਲੂਕ ਕਰਦੇ ਹਨ। ਮੇਰੇ ਸਾਹਮਣੇ ਤਾਂ ਭਾਈ ਮੇਰੀ ਭਾਬੀ ਨਾਲ ਬਹੁਤ ਵਧੀਆ ਸਲੂਕ ਕਰਦੇ ਸਨ ਪਰ ਭਾਬੀ ਦੇ ਹੰਝੂ ਦੇਖ ਕੇ ਮੇਰਾ ਦਿਲ ਘਬਰਾ ਜਾਂਦਾ। ਮੇਰਾ ਦਿਲ ਨਾ ਤਾਂ ਪੜ੍ਹਾਈ ਵਿੱਚ ਲੱਗ ਰਿਹਾ ਸੀ ਅਤੇ ਨਾ ਹੀ ਘਰ ਵਿੱਚ ਦਿਲ ਲੱਗ ਰਿਹਾ ਸੀ। ਘਰ ਦੇ ਹਾਲਾਤਾਂ ਨੇ ਮੈਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਸੀ ਕਿ ਮੈਂ ਪੇਪਰਾਂ ਵਿੱਚ ਫੇਲ ਹੋ ਗਈ। ਮੈਂ ਭਾਈ ਅਤੇ ਭਾਬੀ ਨੂੰ ਆਪਣਾ ਰਿਜ਼ਲਟ ਨਾ ਦੱਸਿਆ ਪਰ ਮੇਰੇ ਦੋਸਤ ਹੈਰਾਨ ਸਨ ਕਿਉਂਕਿ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਮੈਂ ਜਦੋਂ ਸਕੂਲ ਤੋਂ ਘਰ ਵਾਪਸ ਆਈ ਤਾਂ ਭਾਬੀ ਦਾ ਚਚੇਰਾ ਭਾਈ ਅਰਮਾਨ ਆਇਆ ਹੋਇਆ ਸੀ। ਉਹ ਦੁਪਹਿਰ ਨੂੰ ਸਾਡੇ ਘਰ ਆਉਂਦੇ ਸੀ। ਭਾਬੀ ਦੀ ਬਚਪਨ ਤੋਂ ਹੀ ਉਹਨਾਂ ਨਾਲ ਦੋਸਤੀ ਸੀ। ਭਾਬੀ ਨੇ ਦੱਸਿਆ ਸੀ ਕਿ ਬਚਪਨ ਤੋਂ ਹੀ ਉਹ ਦੋਨੋਂ ਇਕੱਠੇ ਰਹਿੰਦੇ ਸੀ। ਫਿਰ ਅਰਮਾਨ ਅਮਰੀਕਾ ਚਲਿਆ ਗਿਆ ਅਤੇ ਭਾਬੀ ਦਾ ਵਿਆਹ ਭਾਈ ਨਾਲ ਹੋ ਗਿਆ। ਭਾਬੀ ਦੇ ਵਿਆਹ ਨੂੰ 15 ਸਾਲ ਹੋ ਗਏ ਸਨ। ਕੁਝ ਸਾਲ ਪਹਿਲਾਂ ਸਭ ਕੁਝ ਠੀਕ ਸੀ ਜਾਂ ਫਿਰ ਮੈਂ ਹੀ ਛੋਟੀ ਸੀ ਨਾ ਸਮਝ ਸੀ। ਪਰ ਕੁਝ ਸਾਲਾਂ ਤੋਂ ਮੈਨੂੰ ਚੰਗੀ ਤਰ੍ਹਾਂ ਭਾਬੀ ਦੀ ਹਾਲਤ ਸਮਝ ਆਉਣ ਲੱਗੀ ਸੀ। ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਭਾਈ ਇੱਕ ਚੰਗਾ ਇਨਸਾਨ ਨਹੀਂ ਹੈ। ਮੇਰੀ ਭਾਬੀ ਦੀ ਤਕਲੀਫ ਦੀ ਵਜ੍ਹਾ ਹੈ। ਇਸ ਲਈ ਮੇਰੇ ਦਿਲ ਵਿੱਚ ਮੇਰੇ ਭਾਈ ਲਈ ਨਫ਼ਰਤ ਪੈਦਾ ਹੋਣ ਲੱਗੀ ਸੀ। ਅਰਮਾਨ ਨਾਲ ਮੇਰੀ ਭਾਬੀ ਦੀ ਦੋਸਤੀ ਕਾਫੀ ਚੰਗੀ ਸੀ। ਉਹ ਸਾਲ ਪਹਿਲਾਂ ਹੀ ਇੰਡੀਆ ਵਾਪਸ ਆਏ ਸਨ ਤੇ ਅਕਸਰ ਹੀ ਭਾਬੀ ਨੂੰ ਮਿਲਣ ਆ ਜਾਇਆ ਕਰਦੇ ਸਨ ਪਰ ਭਾਬੀ ਨੂੰ ਉਹਨਾਂ ਦਾ ਆਉਣਾ ਚੰਗਾ ਨਹੀਂ ਲੱਗਦਾ ਸੀ। ਅਰਮਾਨ ਅੰਕਲ ਦੇ ਜਾਣ ਤੋਂ ਬਾਅਦ ਭਾਬੀ ਅਕਸਰ ਮੈਨੂੰ ਕਹਿੰਦੀ ਸੀ ਕਿ ਜੇ ਤੇਰੇ ਭਾਈ ਨੂੰ ਪਤਾ ਲੱਗ ਗਿਆ ਕਿ ਅਰਮਾਨ ਮੈਨੂੰ ਮਿਲਣ ਆਉਂਦਾ ਹੈ ਤਾਂ ਬਹੁਤ ਬੁਰਾ ਹੋਵੇਗਾ। ਮੈਂ ਭਾਬੀ ਨੂੰ ਦਿਲਾਸਾ ਦਿੰਦੀ ਕਿ ਭਾਈ ਨੂੰ ਕਿਵੇਂ ਪਤਾ ਲੱਗੇਗਾ, ਉਹ ਤਾਂ ਸਵੇਰੇ ਕੰਮ 'ਤੇ ਚਲੇ ਜਾਂਦੇ ਹਨ, ਸ਼ਾਮ ਨੂੰ ਘਰ ਵਾਪਸ ਆਉਂਦੇ ਹਨ। ਮੈਨੂੰ ਤਾਂ ਅਰਮਾਨ ਅੰਕਲ ਬਹੁਤ ਚੰਗੇ ਲੱਗਦੇ ਹਨ। ਉਹ ਜਦ ਵੀ ਆਉਂਦੇ ਸੀ ਤਾਂ ਭਾਬੀ ਦਾ ਮੂਡ ਠੀਕ ਹੋ ਜਾਂਦਾ ਸੀ। ਉਹ ਮੇਰੇ ਲਈ ਵੀ ਕਾਫੀ ਸਮਾਨ ਲੈ ਕੇ ਆਉਂਦੇ ਸਨ। ਮੇਰੇ ਭਾਈ ਦੀ ਆਮਦਨੀ ਬਹੁਤ ਘੱਟ ਸੀ। ਉਸ ਨਾਲ ਤਾਂ ਘਰ ਦਾ ਗੁਜ਼ਾਰਾ ਹੀ ਮਸਾਂ ਹੁੰਦਾ ਸੀ। ਅੱਜ ਰਾਤ ਮੈਂ ਆਪਣਾ ਤੇ ਆਪਣੀ ਭਾਬੀ ਦਾ ਬਿਸਤਰਾ ਵਿਛਾਇਆ ਅਤੇ ਭਾਬੀ ਦੇ ਨਾਲ ਅੱਖਾਂ ਬੰਦ ਕਰਕੇ ਪੈ ਗਈ।
ਥੋੜ੍ਹੀ ਦੇਰ ਬਾਅਦ ਭਾਈ ਆਏ ਤੇ ਭਾਬੀ ਆਪਣੇ ਨਾਲ ਲੈ ਗਏ। ਜਦ ਸਵੇਰੇ ਭਾਬੀ ਭਾਈ ਦੇ ਕਮਰੇ 'ਚੋਂ ਨਿਕਲੀ ਤਾਂ ਉਸੇ ਤਰ੍ਹਾਂ ਹੀ ਰੋਂਦੀ ਹੋਈ ਅਤੇ ਵਾਲ ਬਿਖਰੇ ਹੋਏ ਸਨ। ਉਹ ਲੰਗੜਾ ਕੇ ਤੁਰ ਰਹੀ ਸੀ। ਮੈਂ ਭਾਬੀ ਨੂੰ ਪੁੱਛਿਆ ਕਿ ਭਾਬੀ ਤੁਹਾਡੇ ਪੈਰ 'ਤੇ ਕੀ ਹੋਇਆ ਹੈ? ਤਾਂ ਉਹਨਾਂ ਨੇ ਕਿਹਾ, ਛੋਟੀ ਛੋਟੀ ਗੱਲਾਂ 'ਤੇ ਧਿਆਨ ਨਹੀਂ ਦਿੰਦੇ, ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ। ਜੇ ਤੇਰੇ ਨੰਬਰ ਘੱਟ ਆ ਗਏ ਤਾਂ ਤੇਰੇ ਭਾਈ ਨੇ ਇਸ ਲਈ ਵੀ ਮੈਨੂੰ ਹੀ ਜ਼ਿੰਮੇਵਾਰ ਠਹਿਰਾਉਣਗੇ। ਇਹ ਕਹਿੰਦੇ ਹੋਏ ਭਾਬੀ ਦੀਆਂ ਅੱਖਾਂ ਵਿੱਚੋਂ ਹੰਝੂ ਟਿਪ-ਟਿਪ ਕਰਕੇ ਡਿੱਗ ਰਹੇ ਸਨ। ਫਿਰ ਉਹ ਭਾਈ ਲਈ ਨਾਸ਼ਤਾ ਬਣਾਉਣ ਲਈ ਚਲੀ ਗਈ। ਫਿਰ ਮੈਂ ਆਪਣੇ ਭਾਈ ਨੂੰ ਨਾਸ਼ਤਾ ਦੇਣ ਚਲੇ ਗਈ। ਉਹ ਮੈਨੂੰ ਮੇਰੀ ਪੜ੍ਹਾਈ ਦੇ ਬਾਰੇ ਪੁੱਛਣ ਲੱਗੇ। ਮੇਰੇ ਭਾਈ ਦੇ ਸ਼ਬਦਾਂ ਵਿੱਚ ਇੰਨੀ ਮਿਠਾਸ ਸੀ ਕਿ ਮੈਂ ਉਹਨਾਂ ਦੇ ਇਸ ਦੋਹਰੇ ਰਵੱਈਏ ਤੋਂ ਪਰੇਸ਼ਾਨ ਹੋ ਗਈ। ਨਾਸ਼ਤਾ ਦੇ ਕੇ ਮੈਂ ਸਕੂਲ ਚਲੇ ਗਈ। ਜਦੋਂ ਸਕੂਲ ਤੋਂ ਵਾਪਸ ਆ ਰਹੀ ਸੀ ਤਾਂ ਮੈਨੂੰ ਅਰਮਾਨ ਅੰਕਲ ਮਿਲ ਗਏ। ਮੈਨੂੰ ਦੇਖਦੇ ਹੀ ਉਹਨਾਂ ਨੇ ਮੈਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ। ਉਹਨਾਂ ਨੇ ਮੈਨੂੰ ਗੌਰ ਨਾਲ ਦੇਖਿਆ ਤੇ ਪੁੱਛਣ ਲੱਗੇ ਕਿ ਤੈਨੂੰ ਕੀ ਪਰੇਸ਼ਾਨੀ ਹੈ, ਮੈਨੂੰ ਦੱਸ। ਤੂੰ ਇੰਨੀ ਚੁੱਪ-ਚੁੱਪ ਜੀ ਕਿਉਂ ਰਹਿਨੀ ਆ? ਮੈਂ ਇੰਨੀ ਜਜ਼ਬਾਤੀ ਹੋ ਗਈ ਸੀ ਕਿ ਮੈਂ ਅਰਮਾਨ ਅੰਕਲ ਨੂੰ ਸਾਰੀ ਗੱਲ ਦੱਸ ਦਿੱਤੀ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੇ ਕਿ ਤੇਰਾ ਭਾਈ ਚੰਗਾ ਆਦਮੀ ਨਹੀਂ ਹੈ। ਤੂੰ ਆਪਣੀ ਭਾਬੀ ਨੂੰ ਆਪਣੇ ਭਾਈ ਤੋਂ ਆਜ਼ਾਦੀ ਕਿਉਂ ਨਹੀਂ ਦਿਵਾ ਦਿੰਦੀ? ਕਦ ਤੱਕ ਤੁਸੀਂ ਦੋਨੇ ਆਪਣੇ ਭਾਈ ਦੇ ਜ਼ੁਲਮ ਦੀ ਚੱਕੀ ਵਿੱਚ ਪਿਸਦੇ ਰਹੋਗੇ? ਉਹਨਾਂ ਨੇ ਬੜੀ ਹੀ ਬੇਬਾਕੀ ਨਾਲ ਮੈਨੂੰ ਇਹ ਐਡਵਾਈਸ ਦਿੱਤੀ, ਜਿਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਂ ਆਪਣੇ ਭਾਈ ਨੂੰ ਛੱਡਣ ਦੇ ਬਾਰੇ ਸੋਚ ਵੀ ਨਹੀਂ ਸਕਦੀ ਸੀ। ਮੇਰੇ ਭਾਈ ਨੇ ਤਾਂ ਮੇਰੇ ਨਾਲ ਕਦੇ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕੀਤੀ ਸੀ। ਫਿਰ ਮੈਂ ਆਪਣੇ ਭਾਈ ਨੂੰ ਜ਼ਾਲਮ ਕਿਵੇਂ ਕਹਿੰਦੀ? ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਬੰਦ ਦਰਵਾਜ਼ੇ ਦੇ ਪਿੱਛੇ ਭਾਈ ਅਤੇ ਭਾਬੀ ਦੇ ਵਿੱਚ ਕੀ ਹੁੰਦਾ ਹੈ। ਅਰਮਾਨ ਅੰਕਲ ਦੀਆਂ ਗੱਲਾਂ ਨੇ ਮੈਨੂੰ ਸੋਚਾਂ ਵਿੱਚ ਪਾ ਦਿੱਤਾ। ਬਹੁਤ ਸੋਚਣ ਤੋਂ ਬਾਅਦ ਵੀ ਮੈਨੂੰ ਭਾਈ ਦੀ ਕੋਈ ਵੀ ਗੱਲ ਅਜਿਹੀ ਨਜ਼ਰ ਨਹੀਂ ਆਈ ਜਿਸ ਨਾਲ ਮੈਂ ਉਹਨਾਂ ਨੂੰ ਜ਼ਾਲਮ ਕਹਿ ਸਕਾਂ। ਪਰ ਭਾਬੀ ਦੀ ਤੜਫ ਤੇ ਹੰਝੂ ਭਾਈ ਨੂੰ ਜ਼ਾਲਮ ਸਾਬਤ ਕਰਦੇ ਸਨ। ਐਨੇ ਨੂੰ ਅਸੀਂ ਘਰ ਪਹੁੰਚ ਗਏ। ਭਾਬੀ ਸਾਨੂੰ ਦੋਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋ ਗਈ ਸੀ ਅਤੇ ਸਾਡੇ ਲਈ ਫੌਰਨ ਖਾਣਾ ਲਗਾ ਦਿੱਤਾ। ਮੈਂ ਬਹੁਤ ਥੱਕ ਗਈ ਸੀ, ਇਸ ਲਈ ਕਮਰੇ ਵਿੱਚ ਆਰਾਮ ਕਰਨ ਲਈ ਆ ਗਈ। ਅਰਮਾਨ ਅੰਕਲ ਭਾਬੀ ਦੇ ਕੋਲ ਬੈਠੇ ਰਹੇ। ਮੈਨੂੰ ਬੇਚੈਨੀ ਲੱਗੀ ਹੋਈ ਸੀ। ਅਰਮਾਨ ਅੰਕਲ ਦੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸਨ। ਅਗਲੇ ਦਿਨ ਮੈਂ ਸਕੂਲ ਗਈ। ਸਕੂਲ ਵਿੱਚ ਟੀਚਰ ਪੜ੍ਹਾਉਂਦੇ ਹੋਏ ਸਮਝਾ ਰਹੀ ਸੀ ਕਿ ਕਦੇ ਵੀ ਪੂਰਾ ਸੱਚ ਜਾਣੇ ਬਗੈਰ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ। ਅੱਧਾ ਸੱਚ ਹਮੇਸ਼ਾ ਖਤਰਨਾਕ ਹੁੰਦਾ ਹੈ, ਜੋ ਇਨਸਾਨ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ। ਟੀਚਰ ਦੀ ਗੱਲ ਨੇ ਮੇਰੇ ਦਿਮਾਗ ਦੀ ਖਿੜਕੀ ਖੋਲ੍ਹ ਦਿੱਤੀ। ਮੈਂ ਸੋਚ ਲਿਆ ਕਿ ਮੈਂ ਆਪਣੇ ਭਾਈ ਦਾ ਪੂਰਾ ਸੱਚ ਜਾਣ ਕੇ ਰਹਾਂਗੀ ਅਤੇ ਫਿਰ ਮੈਂ ਆਪਣੀ ਭਾਬੀ ਨੂੰ ਆਜ਼ਾਦੀ ਦਿਵਾ ਦੇਵਾਂਗੀ। ਅਰਮਾਨ ਅੰਕਲ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਵਕਤ ਮੇਰੀ ਮਦਦ ਕਰਨ ਨੂੰ ਤਿਆਰ ਰਹਿਣਗੇ। ਮੇਰੀ ਭਾਬੀ ਬਿਲਕੁਲ ਮੇਰੇ ਜਿਹੀ ਹੀ ਸੀ। ਮੈਂ ਭਾਵੇਂ ਉਮਰ ਵਿੱਚ ਘੱਟ ਸੀ, ਪਰ ਸਰੀਰਕ ਕੱਦ-ਕਾਠ ਤੋਂ ਮੈਂ ਆਪਣੀ ਭਾਬੀ ਦੀ ਤਰ੍ਹਾਂ ਹੀ ਦਿਖਦੀ ਸੀ। ਅਗਲੀ ਰਾਤ ਮੈਂ ਖੁਦ ਹੀ ਆਪਣੀ ਭਾਬੀ ਨੂੰ ਨੀਂਦ ਦੀ ਗੋਲੀ ਦੇ ਕੇ ਸੁਲਾ ਦਿੱਤਾ ਅਤੇ ਖੁਦ ਆਪਣੀ ਭਾਬੀ ਦੀ ਚੁੰਨੀ ਲੈ ਕੇ ਆਪਣੇ ਭਾਈ ਦੇ ਕਮਰੇ ਵਿੱਚ ਚਲੇ ਗਈ। ਉਸ ਕਮਰੇ ਵਿੱਚ ਇੱਕ ਛੋਟਾ ਜਿਹਾ ਬੱਲਬ ਜਗ ਰਿਹਾ ਸੀ, ਇਸ ਲਈ ਅੰਧੇਰੇ ਵਿੱਚ ਉਹ ਮੈਨੂੰ ਭਾਬੀ ਸਮਝ ਬੈਠੇ ਸੀ। ਉਹ ਕਹਿਣ ਲੱਗੇ ਕਿ ਰੇਖਾ, ਮੇਰੀ ਖੁਸ਼ਨਸੀਬੀ ਹੈ ਕਿ ਅੱਜ ਖੁਦ ਤੂੰ ਮੇਰੇ ਕਮਰੇ ਵਿੱਚ ਆਈ। ਉਹ ਬਹੁਤ ਖੁਸ਼ ਸਨ। ਉਹਨਾਂ ਨੇ ਮੈਨੂੰ ਬੈੱਡ 'ਤੇ ਬਿਠਾ ਦਿੱਤਾ। ਡਰ ਦੇ ਮਾਰੇ ਮੇਰਾ ਸਰੀਰ ਕੰਬ ਰਿਹਾ ਸੀ। ਮੈਨੂੰ ਨਹੀਂ ਸੀ ਪਤਾ ਕਿ ਅੱਗੇ ਕੀ ਹੋਣ ਵਾਲਾ ਹੈ, ਪਰ ਮੈਂ ਆਪਣੇ ਭਾਈ ਦਾ ਪੂਰਾ ਸੱਚ ਜਾਣਨਾ ਚਾਹੁੰਦੀ ਸੀ। ਉਹ ਕਹਿਣ ਲੱਗੇ ਕਿ ਤੂੰ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀ ਹੋਵੇਂਗੀ, ਤੂੰ ਹੁਣ ਆਰਾਮ ਕਰ ਲੈ। ਉਹਨਾਂ ਨੇ ਮੈਨੂੰ ਸਿਰਹਾਣੇ 'ਤੇ ਪਾ ਦਿੱਤਾ। ਫਿਰ ਉਹ ਬਹੁਤ ਹੀ ਪਿਆਰ ਨਾਲ ਕਹਿਣ ਲੱਗੇ ਕਿ ਉਹਨਾਂ ਨੇ ਆਪਣੀ ਆਮਦਨੀ ਦਾ ਕੁਝ ਹਿੱਸਾ ਜਮ੍ਹਾਂ ਕਰ ਲਿਆ ਹੈ। ਛੋਟੀ ਭੈਣ ਵੀ ਜਵਾਨ ਹੋ ਰਹੀ ਹੈ। ਜਮ੍ਹਾਂ ਕੀਤੇ ਪੈਸਿਆਂ ਨਾਲ ਮੈਂ ਉਸ ਦਾ ਵਿਆਹ ਕਰ ਦੇਵਾਂਗਾ। ਉਸ ਤੋਂ ਬਾਅਦ ਜੋ ਕੁਝ ਮੇਰੇ ਭਾਈ ਨੇ ਕਿਹਾ, ਉਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ। ਉਹ ਕਹਿ ਰਹੇ ਸੀ ਕਿ ਮੈਂ ਜਾਣਦਾ ਹਾਂ ਕਿ ਅਰਮਾਨ ਨੇ ਇੱਕ ਵਾਰ ਫਿਰ ਤੋਂ ਸਾਡੇ ਘਰ ਦਾ ਰਸਤਾ ਦੇਖ ਲਿਆ ਹੈ, ਪਰ ਰੇਖਾ, ਉਹ ਇੱਕ ਚੰਗਾ ਆਦਮੀ ਨਹੀਂ ਹੈ ਤੇ ਨਾ ਹੀ ਉਸਦੀ ਨੀਅਤ ਚੰਗੀ ਹੈ। ਪਹਿਲਾਂ ਵੀ ਇੱਕ ਵਾਰ ਉਸਨੇ ਤੈਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਤਾਂ ਸਾਡੇ ਘਰ ਜਵਾਨ ਭੈਣ ਵੀ ਹੈ, ਇਸ ਲਈ ਤੂੰ ਥੋੜ੍ਹੀ ਚੁਕੰਨੀ ਰਹੀ। ਮੇਰੇ ਭਾਈ ਨੂੰ ਅਜੇ ਤੱਕ ਪਤਾ ਨਹੀਂ ਸੀ ਕਿ ਮੈਂ ਭਾਬੀ ਨਹੀਂ ਸਗੋਂ ਉਹਨਾਂ ਦੀ ਭੈਣ ਹਾਂ। ਗੱਲਾਂ ਕਰਦੇ ਕਰਦੇ ਉਹਨਾਂ ਨੂੰ ਨੀਂਦ ਆ ਗਈ। ਕਾਫੀ ਦੇਰ ਤੱਕ ਮੈਂ ਸਾਹ ਰੋਕੀ ਉੱਥੇ ਹੀ ਪਈ ਰਹੀ।
ਪਰ ਭਾਈ ਤਾਂ ਕਾਫੀ ਗਹਿਰੀ ਨੀਂਦ ਸੌਂ ਚੁੱਕੇ ਸਨ। ਮੈਂ ਚੁੱਪਚਾਪ ਉੱਠ ਕੇ ਬਾਹਰ ਆ ਗਈ। ਉਹਨਾਂ ਨੇ ਕੋਈ ਕੰਮ ਅਜਿਹਾ ਨਹੀਂ ਕੀਤਾ ਸੀ ਜਿਸ ਨਾਲ ਭਾਬੀ ਨੂੰ ਕੋਈ ਤਕਲੀਫ ਹੋਵੇ, ਪਰ ਹੁਣ ਅਰਮਾਨ ਅੰਕਲ ਅਤੇ ਭਾਬੀ ਨੂੰ ਲੈ ਕੇ ਮੇਰੇ ਦਿਲ ਵਿੱਚ ਕਾਫੀ ਜ਼ਿਆਦਾ ਸਵਾਲ ਉੱਠ ਰਹੇ ਸਨ। ਅਗਲੀ ਸਵੇਰ ਭਾਈ ਰੋਜ਼ਾਨਾ ਦੀ ਤਰ੍ਹਾਂ ਸੀ। ਉਹਨਾਂ ਦਾ ਚਿਹਰਾ ਓਨਾ ਹੀ ਖੁਸ਼ ਸੀ ਜਿਵੇਂ ਹਰ ਵਾਰ ਭਾਬੀ ਨਾਲ ਰਾਤ ਗੁਜ਼ਾਰਨ ਤੋਂ ਬਾਅਦ ਹੁੰਦਾ ਸੀ। ਮੈਂ ਚੁੱਪਚਾਪ ਭਾਈ ਦੇ ਰਵੱਈਏ ਦਾ ਜਾਇਜ਼ਾ ਲੈ ਰਹੀ ਸੀ, ਪਰ ਉਹਨਾਂ ਦੇ ਰਵੱਈਏ ਵਿੱਚ ਮੈਨੂੰ ਕੋਈ ਫਰਕ ਨਜ਼ਰ ਨਹੀਂ ਆਇਆ। ਅਗਲੇ ਦਿਨ ਜਦੋਂ ਮੈਂ ਸਕੂਲ ਤੋਂ ਘਰ ਵਾਪਸ ਆਈ ਤਾਂ ਦੇਖਿਆ ਕਿ ਅਰਮਾਨ ਅੰਕਲ ਦੀ ਗੱਡੀ ਦਰਵਾਜ਼ੇ 'ਤੇ ਖੜੀ ਸੀ। ਮੈਂ ਹਮੇਸ਼ਾ ਦੂਰ ਤੋਂ ਸਲਾਮ ਕਰਕੇ ਅੰਦਰ ਆਉਂਦੀ ਸੀ, ਪਰ ਅੱਜ ਮੈਂ ਦੱਬੇ ਪੈਰੀ ਘਰ ਆਈ। ਅਰਮਾਨ ਅੰਕਲ ਅਤੇ ਭਾਬੀ ਮੇਰੇ ਕਮਰੇ ਵਿੱਚ ਬੈਠੇ ਗੱਲਾਂ ਕਰ ਰਹੇ ਸੀ। ਉਹਨਾਂ ਨੂੰ ਮੇਰੀ ਮੌਜੂਦਗੀ ਦਾ ਪਤਾ ਨਹੀਂ ਲੱਗਿਆ। ਜੋ ਕੁਝ ਮੈਂ ਆਪਣੇ ਕੰਨਾਂ ਨਾਲ ਸੁਣਿਆ, ਉਸ ਨੂੰ ਸੁਣ ਕੇ ਮੇਰਾ ਸਿਰ ਚਕਰਾਉਣ ਲੱਗਿਆ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਜਿਸ ਸੱਚ ਨੂੰ ਜਾਣਨ ਲਈ ਮੈਂ ਇੰਨੀ ਬੇਤਾਬ ਸੀ, ਉਹ ਇੰਨਾ ਖਤਰਨਾਕ ਹੋਵੇਗਾ। ਭਾਬੀ ਅਰਮਾਨ ਅੰਕਲ ਨਾਲ ਹੱਸਦੇ ਹੋਏ ਗੱਲ ਕਰ ਰਹੀ ਸੀ। ਉਹ ਉਸ ਨੂੰ ਕਹਿ ਰਹੀ ਸੀ ਕਿ ਮੈਂ ਆਪਣੀ ਨਣਦ ਦੇ ਦਿਲ ਵਿੱਚ ਉਸ ਦੇ ਭਾਈ ਲਈ ਨਫ਼ਰਤ ਦਾ ਬੀਜ ਬੋ ਦਿੱਤਾ ਹੈ। ਹੁਣ ਉਹ ਦਿਨ ਦੂਰ ਨਹੀਂ ਜਦ ਮੇਰੀ ਨਣਦ ਆਪਣੇ ਭਾਈ ਦੇ ਖਿਲਾਫ ਖੜੀ ਹੋਵੇਗੀ। ਉਸਨੇ ਜ਼ਬਰਦਸਤੀ ਮੈਨੂੰ ਆਪਣੇ ਨਾਲ ਇਸ ਰਿਸ਼ਤੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ, ਪਰ ਮੈਂ ਹੁਣ ਆਜ਼ਾਦੀ ਚਾਹੁੰਦੀ ਹਾਂ। ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਜਾਂਦਾ ਹੈ ਤੇ ਮੇਰੇ ਨਾਲ ਗੱਲਾਂ ਕਰਦੇ ਕਰਦੇ ਹੀ ਸੌਂ ਜਾਂਦਾ ਹੈ, ਪਰ ਸਵੇਰੇ ਜਿਵੇਂ ਹੀ ਮੈਂ ਬਾਹਰ ਨਿਕਲਦੀ ਹਾਂ ਤਾਂ ਮੈਂ ਆਪਣਾ ਹੁਲੀਆ ਖੁਦ ਹੀ ਖਰਾਬ ਕਰ ਲੈਂਦੀ ਹਾਂ। ਮੈਂ ਛੋਟੀ ਦੇ ਦਿਲ ਵਿੱਚ ਇਹ ਗੱਲ ਬਿਠਾ ਦਿੱਤੀ ਹੈ ਕਿ ਉਸ ਦਾ ਭਾਈ ਮੇਰੇ 'ਤੇ ਜ਼ੁਲਮ ਕਰਦਾ ਹੈ। ਮੈਂ ਚਾਹੁੰਦੀ ਹਾਂ ਕਿ ਜਦ ਮੈਂ ਉਸ ਨਾਲ ਆਜ਼ਾਦੀ ਦੀ ਗੱਲ ਕਰਾਂ ਤਾਂ ਮੇਰੀ ਨਣਦ ਮੇਰੀ ਢਾਲ ਬਣ ਕੇ ਖੜੀ ਹੋ ਜਾਵੇ ਅਤੇ ਮੈਨੂੰ ਆਪਣੀ ਨਣਦ ਨੂੰ ਛੱਡ ਕੇ ਇਸ ਘਰ ਤੋਂ ਨਾ ਜਾਣਾ ਪਵੇ। ਫਿਰ ਮੈਂ ਆਪਣੀ ਨਣਦ ਨੂੰ ਲੈ ਕੇ ਤੇਰੀ ਜ਼ਿੰਦਗੀ ਵਿੱਚ ਸ਼ਾਮਲ ਹੋ ਜਾਵਾਂਗੀ। ਅਰਮਾਨ ਅੰਕਲ ਹੱਸਦੇ ਹੋਏ ਕਹਿਣ ਲੱਗੇ ਕਿ ਮੈਂ ਵੀ ਛੋਟੀ ਨੂੰ ਕਹਿ ਦਿੱਤਾ ਹੈ ਕਿ ਜਦ ਵੀ ਤੈਨੂੰ ਮਦਦ ਦੀ ਜ਼ਰੂਰਤ ਹੋਵੇਗੀ ਮੈਂ ਆ ਜਾਵਾਂਗਾ। ਭਾਬੀ ਉਸ ਨੂੰ ਕਹਿਣ ਲੱਗੀ ਕਿ ਤੂੰ ਪਹਿਲਾਂ ਦੀ ਤਰ੍ਹਾਂ ਮੇਰੇ ਨਾਲ ਧੋਖਾ ਨਾ ਕਰੀਂ। ਇੱਕ ਵਾਰ ਪਹਿਲਾਂ ਵੀ ਤੂੰ ਮੈਨੂੰ ਵਿੱਚ ਰਸਤੇ ਛੱਡ ਕੇ ਚਲਾ ਗਿਆ ਸੀ। ਉਸ ਵਕਤ ਮੇਰੇ ਪਤੀ ਨੇ ਮੈਨੂੰ ਮਾफ़ ਕਰਕੇ ਅਪਣਾ ਲਿਆ ਸੀ। ਅਰਮਾਨ ਅੰਕਲ ਮੇਰੀ ਭਾਬੀ ਦਾ ਹੱਥ ਫੜ ਕੇ ਕਹਿਣ ਲੱਗੇ ਕਿ ਮੈਂ ਉਸ ਵਕਤ ਬਹੁਤ ਮਜਬੂਰ ਸੀ, ਕਿਉਂਕਿ ਮੇਰੇ ਘਰ ਦੇ ਇਸ ਗੱਲ ਦੇ ਬਿਲਕੁਲ ਖਿਲਾਫ ਸੀ ਕਿ ਮੈਂ ਇੱਕ ਵਿਆਹੀ ਹੋਈ ਔਰਤ ਨਾਲ ਵਿਆਹ ਕਰਵਾਵਾਂ, ਪਰ ਹੁਣ ਮੈਨੂੰ ਰੋਕਣ ਵਾਲਾ ਕੋਈ ਨਹੀਂ। ਮੈਂ ਪੂਰੇ ਦਿਲ ਨਾਲ ਤੈਨੂੰ ਅਪਣਾਵਾਂਗਾ ਅਤੇ ਤੇਰੀ ਨਣਦ ਨੂੰ ਆਪਾਂ ਅਮਰੀਕਾ ਵਿੱਚ ਚੰਗੀ ਕੀਮਤ 'ਤੇ ਵੇਚ ਦੇਵਾਂਗੇ। ਬਸ ਛੋਟੀ ਨੂੰ ਕਿਸੇ ਵੀ ਤਰ੍ਹਾਂ ਇਹ ਸੱਚ ਦਾ ਪਤਾ ਨਹੀਂ ਲੱਗਣਾ ਚਾਹੀਦਾ। ਇੱਕ ਛੋਟੀ ਹੀ ਹੈ ਜੋ ਆਪਾਂ ਦੋਨਾਂ ਨੂੰ ਇੱਕ ਕਰਵਾ ਸਕਦੀ ਹੈ। ਭਾਬੀ ਨੇ ਉਸ ਨੂੰ ਯਕੀਨ ਦਿਵਾ ਦਿੱਤਾ ਕਿ ਸਭ ਕੁਝ ਉਵੇਂ ਹੀ ਹੋਵੇਗਾ ਜਿਵੇਂ ਅਸੀਂ ਚਾਹੁੰਦੇ ਹਾਂ। ਉਹ ਦੋਨੋਂ ਹੱਸ ਰਹੇ ਸੀ, ਪਰ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੇਰੀ ਭਾਬੀ ਸਿਰਫ ਮੈਨੂੰ ਹੀ ਨਹੀਂ ਸਗੋਂ ਮੇਰੇ ਭਾਈ ਨੂੰ ਵੀ ਧੋਖਾ ਦੇ ਰਹੀ ਸੀ। ਉਹ ਮੇਰੇ ਭਾਈ ਦੇ ਘਰ ਵਿੱਚ ਹੀ ਰਹਿ ਕੇ ਦੂਜੇ ਆਦਮੀ ਨੂੰ ਮਿਲ ਰਹੀ ਸੀ ਤੇ ਨਵੇਂ ਰਿਸ਼ਤੇ ਦੀ ਗੱਲ ਕਰ ਰਹੀ ਸੀ। ਹੁਣ ਮੈਨੂੰ ਬਹੁਤ ਕੁਝ ਪਤਾ ਚੱਲ ਗਿਆ ਸੀ, ਇਸ ਲਈ ਮੈਂ ਕਮਰੇ ਦੇ ਅੰਦਰ ਚਲੇ ਗਈ। ਮੈਨੂੰ ਦੇਖ ਕੇ ਭਾਬੀ ਤੇ ਅਰਮਾਨ ਅੰਕਲ ਚੌਂਕ ਗਏ, ਪਰ ਕੁਝ ਸਮੇਂ 'ਚ ਉਹਨਾਂ ਨੇ ਆਪਣੇ ਆਪ 'ਤੇ ਕਾਬੂ ਪਾ ਲਿਆ। ਅਰਮਾਨ ਅੰਕਲ ਨੇ ਮੇਰੇ ਵੱਲ ਚਾਕਲੇਟ ਕੀਤੀ, ਪਰ ਮੈਂ ਚਾਕਲੇਟ ਫੜਨ ਦੀ ਜਗ੍ਹਾ ਭਾਬੀ ਨੂੰ ਸਖਤ ਲਹਿਜੇ ਨਾਲ ਪੁੱਛਿਆ ਕਿ ਤੁਹਾਨੂੰ ਮੇਰੇ ਭਾਈ ਨਾਲ ਕੀ ਪ੍ਰੋਬਲਮ ਹੈ। ਭਾਬੀ ਨੂੰ ਪਤਾ ਲੱਗ ਚੁੱਕਾ ਸੀ ਕਿ ਮੈਂ ਉਹਨਾਂ ਦਾ ਸਾਰਾ ਸੱਚ ਜਾਣ ਚੁੱਕੀ ਹਾਂ, ਇਸ ਲਈ ਬੇਝਿਜਕ ਹੋ ਕੇ ਉਹਨਾਂ ਨੇ ਮੈਨੂੰ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਹ ਅਰਮਾਨ ਨਾਲ ਪਿਆਰ ਕਰਦੀ ਸੀ, ਪਰ ਅਰਮਾਨ ਨੇ ਉਸ ਨੂੰ ਛੱਡ ਕੇ ਅਮਰੀਕਾ ਜਾ ਕੇ ਨੌਕਰੀ ਕਰ ਲਈ। ਪਰ ਭਾਬੀ ਦੇ ਦਿਲ ਵਿੱਚੋਂ ਅਰਮਾਨ ਅੰਕਲ ਨਾ ਨਿਕਲੇ। ਭਾਬੀ ਦੇ ਘਰਦਿਆਂ ਨੇ ਭਾਬੀ ਦਾ ਰਿਸ਼ਤਾ ਮੇਰੇ ਭਾਈ ਨਾਲ ਕਰ ਦਿੱਤਾ। ਭਾਬੀ ਜਵਾਨ ਅਤੇ ਖੂਬਸੂਰਤ ਸੀ, ਜਦਕਿ ਮੇਰਾ ਭਾਈ ਸਾਂਵਲੇ ਰੰਗ ਦਾ ਸੀ। ਭਾਬੀ ਨੇ ਆਪਣੇ ਘਰਦਿਆਂ ਦੇ ਕਹਿਣ 'ਤੇ ਮੇਰੇ ਭਾਈ ਨਾਲ ਵਿਆਹ ਤਾਂ ਕਰਵਾ ਲਿਆ, ਪਰ ਉਸਨੇ ਕਦੇ ਮੇਰੇ ਭਾਈ ਨੂੰ ਦਿਲ ਤੋਂ ਨਾ ਅਪਣਾਇਆ। ਜ਼ਬਰਦਸਤੀ ਦਾ ਇਹ ਰਿਸ਼ਤਾ ਭਾਬੀ ਲਈ ਬੋਝ ਬਣ ਗਿਆ ਸੀ। ਭਾਬੀ ਦੇ ਵਿਆਹ ਤੋਂ 8 ਸਾਲ ਬਾਅਦ ਅਰਮਾਨ ਅੰਕਲ ਅਮਰੀਕਾ ਤੋਂ ਵਾਪਸ ਆਏ ਸਨ। ਭਾਬੀ ਦੇ ਦਿਲ ਵਿੱਚ ਬਚਪਨ ਦਾ ਪਿਆਰ ਫਿਰ ਤੋਂ ਜਾਗ ਗਿਆ ਸੀ। ਉਹ ਉਸ ਨਾਲ ਚੋਰੀ-ਚੋਰੀ ਮੁਲਾਕਾਤਾਂ ਕਰਨ ਲੱਗੀ, ਪਰ ਕੁਝ ਦਿਨਾਂ ਬਾਅਦ ਹੀ ਅਰਮਾਨ ਅੰਕਲ ਦੀ ਮਾਂ ਨੂੰ ਇਹ ਸਭ ਪਤਾ ਲੱਗ ਗਿਆ ਸੀ ਤੇ ਉਸਨੇ ਅਰਮਾਨ ਅੰਕਲ ਨੂੰ ਜ਼ਬਰਦਸਤੀ ਅਮਰੀਕਾ ਵਾਪਸ ਭੇਜ ਦਿੱਤਾ ਸੀ। ਪਿਆਰ ਦਾ ਜੋਸ਼ ਜੰਗ ਵਾਂਗ ਬੈਠ ਗਿਆ ਸੀ, ਜਿਸ ਨੂੰ 1 ਸਾਲ ਪਹਿਲਾਂ ਅਰਮਾਨ ਅੰਕਲ ਨੇ ਫਿਰ ਤੋਂ ਜਿੰਦਾ ਕਰ ਦਿੱਤਾ। ਭਾਬੀ ਨੂੰ ਤਾਂ
ਮੇਰਾ ਭਾਈ ਪਹਿਲਾਂ ਹੀ ਪਸੰਦ ਨਹੀਂ ਸੀ ਤੇ ਘਰ ਦੇ ਹਾਲਾਤ ਵੀ ਕੁਝ ਖਾਸ ਨਹੀਂ ਸਨ। ਜਦਕਿ ਅਰਮਾਨ ਅੰਕਲ ਕੋਲ ਅਮਰੀਕਾ ਦਾ ਪੈਸਾ ਸੀ ਤੇ ਭਾਬੀ ਲਈ ਭਾਈ ਨੂੰ ਛੱਡਣਾ ਕੋਈ ਮੁਸ਼ਕਲ ਗੱਲ ਨਹੀਂ ਸੀ। ਪਰ ਪ੍ਰੋਬਲਮ ਇਹ ਸੀ ਕਿ ਭਾਈ ਮੈਨੂੰ ਵੀ ਬਹੁਤ ਪਿਆਰ ਕਰਦੇ ਸੀ, ਪਰ ਭਾਬੀ ਮੈਨੂੰ ਆਪਣੇ ਨਾਲ ਅਮਰੀਕਾ ਲਿਜਾਣਾ ਚਾਹੁੰਦੀ ਸੀ। ਇਸ ਲਈ ਭਾਬੀ ਨੇ ਇਹ ਸਾਰਾ ਖੇਲ ਰਚਾਇਆ ਸੀ ਤੇ ਮੇਰੀਆਂ ਨਜ਼ਰਾਂ ਵਿੱਚ ਮੇਰੇ ਭਾਈ ਨੂੰ ਗਲਤ ਸਾਬਿਤ ਕਰ ਰਹੀ ਸੀ ਅਤੇ ਆਪ ਵਿਚਾਰੀ ਬਣ ਗਈ ਸੀ। ਭਾਬੀ ਹਮਦਰਦੀ ਲੈ ਕੇ ਮੈਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਸੀ। ਮੈਂ ਇਹੀ ਸੋਚਦੀ ਰਹਿੰਦੀ ਸੀ ਕਿ ਭਾਈ ਨੇ ਤਾਂ ਕਦੇ ਉੱਚੀ ਆਵਾਜ਼ ਵਿੱਚ ਗੱਲ ਹੀ ਨਹੀਂ ਕੀਤੀ ਸੀ, ਫਿਰ ਉਹ ਬੰਦ ਕਮਰੇ ਵਿੱਚ ਭਾਬੀ 'ਤੇ ਜ਼ੁਲਮ ਕਿਵੇਂ ਕਰ ਸਕਦੇ ਹਨ। ਮੈਂ ਭਾਬੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਜੇ ਤੁਸੀਂ ਅਰਮਾਨ ਅੰਕਲ ਦੇ ਨਾਲ ਜਾਣਾ ਹੈ ਤਾਂ ਜਾ ਸਕਦੇ ਹੋ, ਪਰ ਮੈਂ ਆਪਣੇ ਭੋਲੇ ਭਾਲੇ ਭਾਈ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਭਾਬੀ ਨੇ ਮੈਨੂੰ ਸੁਹਾਣੇ ਸੋਹਣੇ ਸੁਪਨੇ ਦਿਖਾ ਕੇ ਆਪਣੇ ਨਾਲ ਚੱਲਣ ਲਈ ਕਹਿ ਰਹੀ ਸੀ, ਪਰ ਮੈਂ ਆਪਣੇ ਭਾਈ ਨੂੰ ਛੱਡ ਕੇ ਨਹੀਂ ਜਾ ਸਕਦੀ ਸੀ। ਮੇਰਾ ਭਾਈ ਹੀ ਮੇਰੇ ਲਈ ਸਭ ਕੁਝ ਸੀ। ਹਾਂ, ਪਰ ਜੇ ਸੱਚ ਮੇਰੇ ਸਾਹਮਣੇ ਨਾ ਆਉਂਦਾ ਤਾਂ ਸ਼ਾਇਦ ਮੈਂ ਗਲਤ ਫੈਸਲਾ ਲੈ ਲੈਂਦੀ। ਪਰ ਜਦ ਅਰਮਾਨ ਅੰਕਲ ਨੇ ਦੇਖਿਆ ਕਿ ਮੈਂ ਕਿਸੇ ਤਰ੍ਹਾਂ ਉਹਨਾਂ ਦੇ ਕਾਬੂ ਨਹੀਂ ਆਵਾਂਗੀ ਤੇ ਉਹਨਾਂ ਦੇ ਨਾਲ ਨਹੀਂ ਜਾਵਾਂਗੀ, ਤਾਂ ਇੱਕ ਵਾਰ ਫਿਰ ਉਹ ਭਾਬੀ ਨੂੰ ਛੱਡ ਕੇ ਚਲੇ ਗਏ ਸੀ। ਬਾਅਦ ਵਿੱਚ ਭਾਬੀ ਨੂੰ ਪਤਾ ਚੱਲਿਆ ਕਿ ਅਰਮਾਨ ਅੰਕਲ ਭਾਬੀ ਨੂੰ ਵੀ ਅਮਰੀਕਾ ਲਿਜਾ ਕੇ ਵੇਚਣ ਵਾਲੇ ਸੀ ਅਤੇ ਮੇਰੇ ਨਾਲ ਭਾਬੀ ਦੀ ਚੰਗੀ ਕੀਮਤ ਮਿਲ ਰਹੀ ਸੀ। ਪਰ ਜਦ ਖਰੀਦਦਾਰ ਨੂੰ ਪਤਾ ਲੱਗਿਆ ਕਿ ਮੈਂ ਉਹਨਾਂ ਦੇ ਕਾਬੂ ਨਹੀਂ ਆ ਰਹੀ ਤਾਂ ਉਹਨਾਂ ਨੇ ਭਾਬੀ ਨੂੰ ਵੀ ਖਰੀਦਣ ਤੋਂ ਮਨਾ ਕਰ ਦਿੱਤਾ। ਉਹ ਬਹੁਤ ਹੀ ਮੱਕਾਰ ਅਤੇ ਬੇਈਮਾਨ ਇਨਸਾਨ ਸੀ। ਉਸਨੇ ਮੇਰੀ ਭਾਬੀ ਦੇ ਪਿਆਰ ਨੂੰ ਪੂਰੀ ਤਰ੍ਹਾਂ ਆਪਣੇ ਫਾਇਦੇ ਵਿੱਚ ਇਸਤੇਮਾਲ ਕਰਨ ਦਾ ਸੋਚਿਆ ਸੀ। ਹੁਣ ਭਾਬੀ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਆਪਣੇ ਜਜ਼ਬਾਤ ਵਿੱਚ ਬਹਿ ਕੇ ਕਿੰਨਾ ਨੁਕਸਾਨ ਕਰਨ ਜਾ ਰਹੀ ਸੀ। ਅਸੀਂ ਕੋਈ ਚੰਗਾ ਕੰਮ ਕੀਤਾ ਹੋਵੇਗਾ ਕਿ ਅਸੀਂ ਦੋਨੋਂ ਨਣਦ ਭਰਜਾਈ ਉਸ ਅਰਮਾਨ ਅੰਕਲ ਦੇ ਜਾਲ 'ਚੋਂ ਬਚ ਗਈਆਂ। ਇੰਨੇ ਸਾਲਾਂ ਵਿੱਚ ਭਾਬੀ ਨੂੰ ਪਹਿਲੀ ਵਾਰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਤੇ ਹੁਣ ਉਹਨਾਂ ਨੇ ਮੇਰੇ ਭਾਈ ਨੂੰ ਦਿਲ ਤੋਂ ਅਪਣਾ ਲਿਆ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।